ਅਨੰਦਪੁਰ ਸਾਹਿਬ ਦਾ ਇਤਿਹਾਸ ਭਾਗ ਦੂਜਾ। ਦਸ਼ਮੇਸ਼ ਜੀ ਅੱਗੇ ਵੱਡੀ ਅਤੇ ਦਿਲ ਯਰਕਾਊ ਔਕੜ ਸਾਧਨਾ ਅਤੇ ਸਾਥੀਆਂ ਦੀ ਥੁੜ ਸੀ। ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਲੋੜ ਸੀ ਫੌਜ ਦੀ ਅਤੇ ਫੌਜੀ ਸਮਾਨ ਦੀ। ਆਸ-ਪਾਸ ਫੌਜ ਤਾਂ ਨਾ ਮਾਤਰ ਹੀ ਸੀ, ਇਸ ਕਰਕੇ ਆਪ ਨੂੰ ਆਪਣੀ ਫੌਜ ਆਪ ਤਿਆਰ ਕਰਨੀ ਪੈਣੀ ਸੀ। ਆਪ ਦੇ ਬਾਬੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀ ਸੂਰਬੀਰਤਾ ਸਿੱਖਾਂ ਵਿੱਚ ਭਰੀ ਤੇ ਚਮਕਾਈ ਸੀ, ਉਹ ਬਹੁਤ ਸਮਾਂ ਵਰਤੋਂ ਵਿੱਚ ਨਾ ਆਉਣ ਕਰਕੇ ਸੌਂ ਚੁੱਕੀ ਸੀ। ਸਿੱਖਾਂ ਵਿੱਚ ਨਵੇਂ ਸਿਰਿਓਂ ਵੀਰ ਰਸ ਜਗਾਉਣਾ ਚਮਕਾਉਣਾ ਸੀ। ਔਰੰਗਜ਼ੇਬ ਦਾ ਫੌਲਾਦ ਨਾਲੋਂ ਕਰੜਾ ਹੱਥ ਖਲਕਤ ਨੂੰ ਭੈ-ਭੀਤ ਕਰ ਚੁੱਕਾ ਸੀ। ਇਸ ਦੇ ਨਾਲ ਇੱਕ ਹੋਰ ਔਕੜ ਇਹ ਸੀ ਕਿ ਗੁਰੂ ਜੀ ਦੇ ਸਕੇ ਗੁਰਿਆਈ ਦੇ ਝਗੜਿਆਂ ਕਰਕੇ ਆਪ ਜੀ ਨਾਲ ਰੁੱਸੇ ਹੋਏ ਸਨ ਅਤੇ ਵਿਰੋਧੀ ਬਣੇ ਬੈਠੇ ਸਨ। ਉਹ ਸਨ ਮੀਣੇ, ਪਿਰਥੀਏ ਦੇ ਪਿਛਲੱਗੂ, ਢੀਰ ਮਲੀਏ, ਰਾਮ ਰਾਈਏ ਅਤੇ ਹੋਰ ਸੋਢੀ ਘਰਾਣੇ। ਤੇ 10 ਸਾਲ ਦੀ ਉਮਰ ਦੇ ਫਕੀਰ ਦੇ ਸਾਹਮਣੇ ਇਹ ਸਨ ਤਾਕਤਾਂ ਅਤੇ ਇਹ ਸਨ ਔਕੜਾਂ। ਇਹਨਾਂ ਦੇ ਸਾਹਮਣੇ ਆਪ ਰੱਤੀ ਭਰ ਨਾ ਡੋਲੇ, ਨਾ ਥਿੜਕੇ ਤੇ ਨਾ ਸਹਿਮੇ। ਆਪ ਨੇ ਪ੍ਰਣ ਕਰ ਲਿਆ ਕਿ ਜਿਸ ਰਾਜ ਸਿਲਸਿਲੇ ਵਿੱਚ ਧਰਮ ਦੇ ਨਾਂ ਉੱਪਰ ਤੇ ਸਭ ਦੇ ਸਾਂਝੇ ਪਿਤਾ ਨੂੰ ਖੁਸ਼ ਕਰਨ ਦੇ ਨਿਸ਼ਚੇ ਨਾਲ ਅਜਿਹੇ ਅਤਿਆਚਾਰ ਹੋ ਸਕਦੇ ਹਨ, ਇਹੋ ਜਿਹੇ ਮੁਸਲਮਾਨ ਬਾਦਸ਼ਾਹ ਸਦੀਆਂ ਤੋਂ ਇੱਥੇ ਕਰਦੇ ਆਏ ਸਨ ਤੇ ਹੁਣ ਕਰ ਰਹੇ ਸਨ, ਜਿਸ ਵਿੱਚ ਸ਼ਾਂਤ ਸਰੋਵਰ ਸ੍ਰੀ ਗੁਰੂ ਅਰਜਨ ਦੇਵ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੇ ਪਵਿੱਤਰ, ਨਿਰਦੋਸ਼, ਨਿਰਵੈਰ, ਧਰਮੀ ਮਹਾਂਪੁਰਸ਼ ਨਿਰਦਈ ਪੁਣੇ ਨਾਲ ਸ਼ਹੀਦ ਕੀਤੇ ਜਾ ਸਕਦੇ ਹਨ। ਉਸ ਰਾਜ ਨੂੰ ਜੜ੍ਹੋਂ ਉਖੇੜਨਾ ਹੈ ਅਤੇ ਇਸ ਕੰਮ ਦੀ ਸਿੱਧੀ ਲਈ ਯੋਗ ਸਾਧਨਾ ਤੇ ਸਾਥੀ ਤਿਆਰ ਕਰਨੇ ਹਨ। ਆਪ ਨੇ ਫੈਸਲਾ ਕੀਤਾ ਕਿ ਇਸ ਮਨੋਰਥ ਦੀ ਪੂਰਤੀ ਲਈ ਅਜਿਹੇ ਸੰਤ ਸੂਰਮਿਆਂ ਦੀ ਇੱਕ ਕੌਮ ਸਾਜਣੀ ਤੇ ਤਿਆਰ ਬਰ ਤਿਆਰ ਕਰਨੀ ਹੈ, ਜਿਨ੍ਹਾਂ ਦੇ ਮਨਾਂ ਵਿੱਚ ਕਰਤਾਰ, ਹਿਰਦਿਆਂ ਵਿੱਚ ਰੱਬ ਦਾ ਭੈ ਪਾਓ, ਦਿਲਾਂ ਵਿੱਚ ਰੱਬ ਦੇ ਜਾਇਆਂ ਲਈ ਤਰਸ, ਦਇਆ ਤੇ ਪਿਆਰ ਅਤੇ ਹੱਥਾਂ ਵਿੱਚ ਤਿੱਖੀ ਤਲਵਾਰ ਹੋਵੇ, ਜੋ ਦੇਸ਼ ਵਿੱਚ ਹਰ ਪ੍ਰਕਾਰ ਦਾ ਧੱਕਾ, ਜ਼ਬਰ, ਜ਼ੁਲਮ, ਗੁਲਾਮੀ ਦੇ ਅਨਿਆਏ ਦੂਰ ਕਰਨ ਲਈ ਸਿਰ ਧੜ ਦੀ ਬਾਜੀ ਲਾ ਦੇਣ। ਔਕੜਾਂ ਦੇ ਪਹਾੜਾਂ ਅੱਗੇ ਨਿਰਭੈਤਾ ਤੇ ਪੂਰਨ ਸਵੈ ਭਰੋਸੇ ਨਾਲ ਛਾਤੀਆਂ ਤਾਣ ਕੇ ਡਟ ਜਾਣ ਅਤੇ ਆਪਣਾ ਤਨ, ਮਨ, ਧਨ ਸਭ ਕੁਝ ਅਰਪ ਕੇ ਖਰਚ ਕੇ ਦੇਸ਼ ਨੂੰ ਆਜ਼ਾਦ ਤੇ ਖੁਸ਼ਹਾਲ ਬਣਾ ਦੇਣ। ਗੁਰੂ ਜੀ ਨੂੰ ਦਿੱਲੀ ਤੋਂ ਆਈ ਸੰਗਤ ਪਾਸੋਂ ਇਹ ਗੱਲ ਸੁਣ ਕੇ ਬੜਾ ਦੁੱਖ ਹੋਇਆ ਅਤੇ ਰੋਹ ਚੜ੍ਹਿਆ ਕਿ 9ਵੇਂ ਗੁਰੂ ਜੀ ਦੇ ਸ਼ਹੀਦ ਕੀਤੇ ਜਾਣ ਤੋਂ ਦਿੱਲੀ ਦੇ ਸਾਰੇ ਸਿੱਖ ਅਜਿਹੇ ਭੈ-ਭੀਤ ਹੋਏ ਕਿ ਕਿਸੇ ਨੂੰ ਮਹਾਰਾਜ ਦਾ ਸ਼ੀਸ਼ ਤੇ ਧੜ ਚੁੱਕਣ ਦਾ ਹੀਆਂ ਨਾ ਪਿਆ। ਇੱਕ ਰੰਗਰੇਟੇ ਸਿੱਖ ਨੇ ਮਹਾਰਾਜ ਦਾ ਸ਼ੀਸ਼ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਤੇ ਇੱਕ ਲਬਾਣੇ ਸਿੱਖ ਨੇ ਗੁਰੂ ਜੀ ਦਾ ਧੜ ਗੱਡੇ ਵਿੱਚ ਰੱਖ ਕੇ ਲੁਕਾ ਕੇ ਚੁੱਕ ਖੜਿਆ ਅਤੇ ਆਪਣੇ ਘਰ ਨੂੰ ਅੱਗ ਲਾ ਕੇ ਉਸ ਦਾ ਸੰਸਕਾਰ ਕੀਤਾ। ਵੱਡੀਆਂ ਜਾਂ ਉੱਚੀਆਂ ਜਾਤਾਂ ਵਾਲਾ ਕੋਈ ਸਿੱਖ ਨਾ ਨਿੱਤਰਿਆ। ਇੱਥੇ ਹੀ ਬਸ ਨਹੀਂ, ਸਗੋਂ ਜਦ ਮੁਗਲ ਹਾਕਮਾਂ ਨੇ ਉਹਨਾਂ ਪਾਸੋਂ ਪੁੱਛਿਆ ਕਿ ਤੁਸੀਂ ਸਿੱਖ ਹੋ, ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਿਕਟਵਰਤੀਆਂ 'ਚੋਂ ਬਿਨਾਂ ਸਾਰੇ ਹੀ ਸਿਰ ਫਿਰ ਗਏ। ਇਹ ਸੁਣ ਕੇ ਸ੍ਰੀ ਦਸ਼ਮੇਸ਼ ਜੀ ਨੇ ਵੇਖ ਭਾਂਫ ਲਿਆ ਕਿ ਇਸ ਤਰ੍ਹਾਂ ਤਾਂ ਹੋ ਸਕਦਾ ਹੈ ਕਿ ਕਿਸੇ ਦਿਨ ਸਾਰੇ ਹੀ ਸਿੱਖ ਪਹਿਲਾਂ ਵਾਂਗੂ ਹੀ ਹੋ ਜਾਣ, ਜਿਹੋ ਜਿਹੇ ਉਹ ਸਿੱਖੀ ਧਾਰਨ ਤੋਂ ਪਹਿਲਾਂ ਸਨ। ਉਹੋ ਜਿਹੋ ਹੀ ਹੋ ਜਾਣ ਜਿਸ ਡੂੰਘੇ ਖੂਹ ਵਿੱਚੋਂ ਅਨੇਕਾਂ ਯਤਨਾਂ ਨਾਲ ਕੱਢੇ ਗਏ ਸਨ, ਉਸੇ ਵਿੱਚ ਹੀ ਜਾ ਡਿੱਗਣ ਤੇ ਜਾ ਖਪਣ। ਇਸ ਕਰਕੇ ਇਹ ਗੱਲ ਸੁਣ ਕੇ ਵਿਚਾਰ ਕੇ ਆਪ ਨੇ ਦੱਸਿਆ ਕਿ ਅਸੀਂ ਇਸ ਪ੍ਰਤੱਖ ਹੋਈ ਕਮਜ਼ੋਰੀ ਅਤੇ ਭਾਸ ਰਹੇ ਖਤਰੇ ਦਾ ਉਪਾਅ ਕਰਨਾ ਚਾਹੁੰਦੇ ਹਾਂ। ਉਸ ਸਮੇਂ ਜੋ ਬਚਨ ਆਪ ਨੇ ਉਚਾਰੇ ਕੀਤੇ, ਉਹਨਾਂ ਨੂੰ ਭਾਈ ਸੰਤੋਖ ਸਿੰਘ ਜੀ ਇਉਂ ਲਿਖਦੇ ਹਨ। श्री गोबिंद सिंह सुनकर ऐसे, गरजत बोले कन्हर जैसे, इस विद को अब पंथ बनावों,
सकल जगत में बहु विद्ताओं, लाखों ठार जग के एक थाएं, तिनमें मिले एक सिख जाएं। सब में पृथक पछाण्यो परै, रले न कोह्यों को सौ करै। जथा बकन में हंस न छपै, गिरियन विखै मोर जिस दिपै। ज्यों खरगन में बलि तरंग, जथा मृगन में केहर अंग। तिम नाना भेखण के माह, मम सिख को सगले पर खाए। सो ਥੋੜੇ ਸ਼ਬਦਾਂ ਵਿੱਚ ਆਪ ਜੀ ਦੇ ਬਚਨ ਇਹ ਸੀ, ਅਸੀਂ ਸਿੱਖਾਂ ਨੂੰ ਅਜਿਹਾ ਰੂਪ, ਅਜਿਹੀ ਸ਼ਕਲ, ਅਜਿਹੀ ਵਰਦੀ ਦੇਵਾਂਗੇ ਕਿ ਇਕੱਲਾ ਸਿੱਖ ਲੱਖਾਂ ਹੋਰਨਾਂ ਵਿੱਚ ਰਲਿਆ ਹੋਇਆ ਵੀ ਝਟਪਟ ਪਛਾਣਿਆ ਜਾ ਸਕੇ, ਪੁੱਛ ਗਿੱਛ ਕਰਨ ਦੀ ਲੋੜ ਨਾ ਪਵੇ। 10 ਸਾਲ ਦੀ ਉਮਰ ਵਿੱਚ ਉਚਾਰੇ ਸ਼੍ਰੀ ਦਸ਼ਮੇਸ਼ ਜੀ ਦੇ ਇਹ ਵਾਕ ਦੱਸਦੇ ਹਨ ਕਿ ਮਹਾਬਲੀ ਸ਼੍ਰੀ ਕਲਗੀਧਰ ਜੀ ਦਾ ਇਰਾਦਾ ਕਿੰਨਾ ਉੱਚਾ ਤੇ ਕਿੰਨਾ ਦ੍ਰਿੜ ਸੀ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਪ੍ਰਚਾਰ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਆਉਂਦੇ ਦਿਨਾਂ ਵਿੱਚ ਪੈਦਾ ਹੋਣ ਵਾਲੇ ਮਸਲਿਆਂ ਨੂੰ ਸਾਹਮਣੇ ਰੱਖਦਿਆਂ ਗੁਰੂ ਸਾਹਿਬ ਨੇ ਚੱਕ ਨਾਨਕੀ ਵਿੱਚ ਖਾਲਸਾ ਫੌਜ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਨੌਜਵਾਨ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਣ ਲੱਗ ਪਏ। ਉਹਨਾਂ ਨੂੰ ਹਰ ਤਰ੍ਹਾਂ ਦੀ ਫੌਜੀ ਸਿਖਲਾਈ ਦਿੱਤੀ ਗਈ। ਫਰਵਰੀ ਵਿੱਚ ਗੁਰੂ ਸਾਹਿਬ ਨੇ ਇੱਕ ਨਗਾਰਾ ਵੀ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ। ਮਾਰਚ 1680 ਦੇ ਸ਼ੁਰੂ ਵਿੱਚ ਰਣਜੀਤ ਨਗਾਰਾ ਤਿਆਰ ਹੋ ਗਿਆ। 5 ਮਾਰਚ 1680 ਤੋਂ ਹਰ ਦੀਵਾਨ ਦੇ ਮੌਕੇ 'ਤੇ ਇਹ ਨਗਾਰਾ ਵਜਾਇਆ ਜਾਣ ਲੱਗ ਪਿਆ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਅਤੇ ਆਖਿਆ ਕਿ ਜਿਹੜਾ ਸਿੱਖ ਵੀ ਚੱਕ ਨਾਨਕੀ ਆਵੇ ਉਹ ਆਪਣੇ ਨਾਲ ਚੰਗੀਆਂ ਕਿਤਾਬਾਂ, ਚੰਗੇ ਘੋੜੇ ਅਤੇ ਹਥਿਆਰਾਂ ਦੀ ਭੇਟ ਲੈ ਕੇ ਆਵੇ। ਆਉਣ ਵਾਲੇ ਸਾਲਾਂ ਵਿੱਚ ਚੱਕ ਨਾਨਕੀ ਵਿੱਚ ਵਧੀਆ ਤੋਂ ਵਧੀਆ ਕਿਤਾਬਾਂ, ਵਧੀਆ ਨਸਲ ਦੇ ਘੋੜੇ ਅਤੇ ਹਰ ਤਰ੍ਹਾਂ ਦੇ ਹਥਿਆਰ ਪਹੁੰਚ ਚੁੱਕੇ ਸਨ। ਸੰਨ 1668 ਦੇ ਸ਼ੁਰੂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਗਏ ਤਾਂ ਉੱਥੋਂ ਤ੍ਰਿਪੁਰਾ ਦੇ ਚੈਂਤੀਆਂ ਦਾ ਰਾਜਾ ਰਾਮ ਸਿੰਘ ਵੀ ਗੁਰੂ ਸਾਹਿਬ ਨੂੰ ਮਿਲਿਆ ਅਤੇ ਜੋ ਕਿ ਬਾਅਦ ਵਿੱਚ ਗੁਰੂ ਸਾਹਿਬ ਦਾ ਬਹੁਤ ਪ੍ਰੇਮੀ ਹੋ ਗਿਆ ਸੀ ਅਤੇ ਉਸ ਦਾ ਬੇਟਾ ਫਿਰ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ। ਰਾਜਾ ਰਤਨ ਰਾਏ ਉਸ ਕੁੰਵਰ ਦਾ ਨਾਂ ਸੀ। ਆਪਣੀ ਮਾਂ ਅਤੇ ਕੁਝ ਦਰਬਾਰੀਆਂ ਨੂੰ ਨਾਲ ਲੈ ਕੇ 12 ਅਕਤੂਬਰ 1680 ਦੇ ਦਿਨ ਚੱਕ ਨਾਨਕੀ ਪਹੁੰਚਾ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ। ਉਸ ਵੇਲੇ ਰਤਨ ਰਾਏ 12 ਸਾਲ ਦਾ ਸੀ। ਰਤਨ ਰਾਏ ਨੇ ਆਪਣੇ ਤੋਹਫੇ ਨਾਲ ਗੁਰੂ ਸਾਹਿਬ ਨੂੰ ਭੇਟ ਕੀਤੇ। ਜਦੋਂ ਉਸਨੇ ਹਾਥੀ ਨੂੰ ਨੇੜੇ ਲਿਆਂਦਾ ਤਾਂ ਹਾਥੀ ਨੇ ਆਪਣੀ ਸੁੰਡ ਨਾਲ ਜਗ ਚੁੱਕ ਕੇ ਗੁਰੂ ਸਾਹਿਬ ਦੇ ਪੈਰ ਧੋਤੇ, ਫਿਰ ਤੌਲੀਏ ਨਾਲ ਗੁਰੂ ਸਾਹਿਬ ਦੇ ਪੈਰ ਪੂੰਝੇ ਅਤੇ ਉਹਨਾਂ ਦੇ ਮੋਜੇ ਸਿੱਧੇ ਕਰਕੇ ਰੱਖੇ। ਇਸ ਮਗਰੋਂ ਹਾਥੀ ਨੇ ਆਪਣੀ ਸੁੰਡ ਨਾਲ ਗੁਰੂ ਸਾਹਿਬ ਦੇ ਸਿਰ 'ਤੇ ਚੌਰ ਅਤੇ ਪੱਖਾ ਚਲਾਏ। ਜਦੋਂ ਗੁਰੂ ਸਾਹਿਬ ਨੇ ਇੱਕ ਤੀਰ ਚਲਾਇਆ ਤਾਂ ਹਾਥੀ ਉਸ ਤੀਰ ਨੂੰ ਚੁੱਕ ਲਿਆਇਆ। ਸ਼ਾਮਾਂ ਵੇਲੇ ਹਾਥੀ ਨੇ ਆਪਣੀ ਸੁੰਡ ਨਾਲ ਜਲਦੀ ਮਿਸਾਲ ਚੁੱਕ ਕੇ ਗੁਰੂ ਸਾਹਿਬ ਨੂੰ ਰਾਹ ਦਿਖਾਇਆ ਅਤੇ ਹੋਰ ਅਨੇਕਾਂ ਕਰਤੱਵ ਦਿਖਾਏ। ਰਤਨ ਰਾਏ ਨੇ ਪੰਚਕਲਾ ਸ਼ਸਤਰ ਵੀ ਗੁਰੂ ਸਾਹਿਬ ਨੂੰ ਚਲਾ ਕੇ ਦਿਖਾਇਆ। ਪੰਚਕਲਾ ਸ਼ਸਤਰ ਇੱਕ ਹਥਿਆਰ ਹੈ ਜੋ ਕਿ ਇਸ ਦੀ ਕਲਾ ਮਰੋੜਨ ਨਾਲ ਇਹ ਪਿਸਤੌਲ, ਗੁਰਜ, ਬਰਛੀ, ਤਲਵਾਰ ਅਤੇ ਨੇਜਾ ਬਣ ਜਾਂਦਾ ਸੀ। ਰਾਜਾ ਰਤਨ ਰਾਏ ਨੇ ਇੱਕ ਚੰਨਣ ਦੀ 4 ਪੁਤਲੀਆਂ ਵਾਲੀ ਚੌਂਕੀ, ਸੋਨੇ ਦਾ ਚਿੱਤਰਦਾਰ ਕਟੋਰਾ, ਜਿਗਰ, ਕਲਗੀ ਮੋਤੀਆਂ ਦੀ ਖੂਬਸੂਰਤ ਮਾਲਾ ਵੀ ਤਿਆਰ ਕਰਵਾਈ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ ਦੇ ਨਾਲ ਨਾਲ ਰਤਨ ਰਾਏ ਨੇ ਜੋ ਅਸੀਂ ਦੱਸ ਚੁੱਕੇ ਹਾਂ ਪ੍ਰਸਾਦੀ ਹਾਥੀ, ਜਿਸ ਨੂੰ ਕਿ ਕਈ ਤਰ੍ਹਾਂ ਸਿਖਲਾਈ ਦੇ ਦਿੱਤੀ ਸੀ, ਉਹ ਵੀ ਭੇਟ ਕੀਤੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਚੰਗੀ ਫੌਜ, ਚੰਗੇ ਘੋੜੇ, ਚੰਗੇ ਹਥਿਆਰ ਇਕੱਠੇ ਕਰ ਲਏ ਸਨ ਅਤੇ ਰਣਜੀਤ ਨਗਾਰਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ, ਉੱਥੇ ਚੱਕ ਨਾਨਕੀ ਨੂੰ ਵਿਦਵਾਨਾਂ, ਸ਼ਾਇਰਾਂ ਅਤੇ ਫਨਕਾਰਾਂ ਦਾ ਸੈਂਟਰ ਵੀ ਬਣਾ ਲਿਆ ਸੀ। ਗੁਰੂ ਸਾਹਿਬ ਦੇ ਦਰਬਾਰ ਵਿੱਚ ਅੰਮ੍ਰਿਤ ਰਾਏ ਅਤੇ ਭਾਈ ਨੰਦ ਲਾਲ ਵਰਗੇ ਕਮਾਲ ਦੇ ਸ਼ਾਇਰ ਵੀ ਆ ਚੁੱਕੇ ਸਨ। ਭਾਈ ਨੰਦ ਲਾਲ ਚੱਕ ਨਾਨਕੀ ਵਿੱਚ ਮਾਰਚ 1682 ਵਿੱਚ ਆਇਆ। ਇਸ ਮਗਰੋਂ ਹੋਰ ਵੀ ਦਰਜਨਾਂ ਸ਼ਾਇਰ ਅਤੇ ਕਲਾਕਾਰ ਗੁਰੂ ਸਾਹਿਬ ਦੇ ਦਰਬਾਰ 'ਚ ਸ਼ਾਮਿਲ ਹੋਏ। ਤਕਰੀਬਨ 3 ਸਾਲ ਚੱਕ ਚਾਣੇ ਵਿੱਚ ਫੌਜੀ ਮਸ਼ਕਾਂ ਅਤੇ ਕਵੀ ਦਰਬਾਰ ਨਾਲੋਂ ਨਾਲ ਚੱਲਦੇ ਰਹੇ। ਗੁਰੂ ਸਾਹਿਬ ਕੋਲ 52 ਕਵੀ ਅਤੇ ਬਹੁਤ ਸਾਰੇ ਹੋਰ ਫਨਕਾਰ ਹਾਜ਼ਰ ਸਨ। ਇਸ ਦੌਰਾਨ 21 ਫਰਵਰੀ 1683 ਦੇ ਦਿਨ
ਗੁਰੂ ਸਾਹਿਬ ਨੇ ਚਰਕ ਨਾਨਕੀ ਵਿੱਚ ਹੋਲਾ ਮਹੱਲਾ ਮਨਾਇਆ। ਇਸ ਮੌਕੇ 'ਤੇ ਘੋੜ ਦੌੜ, ਕੁਸ਼ਤੀਆਂ, ਗੱਤਕਾ ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਕਰਵਾਏ ਗਏ। ਇਸ ਰਸਮ ਨੂੰ ਹੋਲੀ ਤੋਂ ਅਗਲੇ ਦਿਨ ਸ਼ੁਰੂ ਕਰਨ ਦਾ ਮਕਸਦ ਇੱਕ ਪਾਸੇ ਤਾਂ ਸਿੱਖਾਂ ਨੂੰ ਹੋਲੀ ਵਿੱਚ ਰੰਗ ਪਾਉਣ ਦੀ ਬੇਮਾਇਨਾ ਰਸਮ ਤੋਂ ਹਟਾਉਣਾ ਸੀ ਅਤੇ ਦੂਜੇ ਪਾਸੇ ਉਹਨਾਂ ਨੂੰ ਜਿਸਮਾਨੀ ਤੌਰ 'ਤੇ ਫੌਜੀ ਪੱਖੋਂ ਤਕੜੇ ਕਰਨਾ ਵੀ ਸੀ ਕਿ ਕੌਮਾਂ ਦੇ ਮਨਾਂ, ਸੁਭਾਵਾਂ, ਰੁਚੀਆਂ ਅਤੇ ਆਚਰਣ ਨੂੰ ਘੜਨ ਅਤੇ ਖਾਸ ਸੱਚੇ ਵਿੱਚ ਢਾਲਣ ਦੇ ਕੰਮ ਵਿੱਚ ਸਾਹਿਤ, ਖਾਸ ਕਰਕੇ ਕਵਿਤਾ ਦੇ ਰੂਪ ਵਿੱਚ ਸਾਹਿਤ ਬਹੁਤ ਗੁਣਕਾਰੀ ਹੁੰਦਾ ਹੈ। ਇਸ ਵਾਸਤੇ ਕੌਮ ਉਸਾਰੀ ਦੇ ਪ੍ਰੋਗਰਾਮ ਵਿੱਚ ਆਪ ਨੇ ਪਹਿਲਾ ਨੰਬਰ ਸਾਹਿਤ ਦੀ ਰਚਨਾ ਨੂੰ ਦਿੱਤਾ। ਆਪ ਨੇ ਸੰਸਕ੍ਰਿਤ ਦੇ ਪੁਰਾਤਨ ਗ੍ਰੰਥ ਪੜ੍ਹੇ ਅਤੇ ਵਿਚਾਰੇ। ਫਿਰ ਆਪ ਨੇ ਪੁਰਾਣਾ, ਰਾਮਾਇਣ, ਮਹਾਭਾਰਤ ਆਦੀਆਂ ਦੇ ਸੂਰਮਿਆਂ ਦੀਆਂ ਕਥਾਵਾਂ ਦਾ ਉਲੱਥਾ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਮਹਾਨ ਕੰਮ ਵਿੱਚ ਛੇਤੀ ਸਫਲਤਾ ਪ੍ਰਾਪਤ ਕਰਨ ਦੀ ਖਾਤਰ ਆਪ ਨੇ ਦੇਸ਼ ਭਰ ਦੇ ਕਵੀਆਂ ਨੂੰ ਸੱਦਾ ਦਿੱਤਾ ਅਤੇ ਆਪਣੇ ਦਰਬਾਰ ਵਿੱਚ ਰੱਖਿਆ। ਕੁਝ ਚੁਣਵੇਂ ਸਿੱਖ ਵਿਦਵਾਨਾਂ ਨੂੰ ਆਪ ਨੇ ਬਨਾਰਸ ਭੇਜਿਆ ਕਿ ਉੱਥੋਂ ਪੰਡਤਾਂ ਪਾਸੋਂ ਸੰਸਕ੍ਰਿਤ ਪੜ੍ਹ ਕੇ ਸਿੱਖ ਆਉਣ। ਇਹਨਾਂ ਵਿਦਵਾਨਾਂ ਨੇ ਵੀ ਵਾਪਸ ਆ ਕੇ ਗੁਰੂ ਜੀ ਦੇ ਸਾਹਿਤ ਰਚਨਾ ਅਤੇ ਧਰਮ ਪ੍ਰਚਾਰ ਦੇ ਕੰਮ ਵਿੱਚ ਬਹੁਤ ਸਹਾਇਤਾ ਕੀਤੀ। ਇਹਨਾਂ ਵਿਦਵਾਨਾਂ ਨੂੰ ਨਿਰਮਲੇ ਕਹਿੰਦੇ ਹਨ। 29 ਮਾਰਚ 1699 ਦੇ ਦਿਨ ਰਾਣੀ ਚੰਪਾ ਆਪਣੇ ਪੁੱਤਰ ਭੀਮ ਚੰਦ ਨੂੰ ਲੈ ਕੇ ਚੱਕ ਨਾਨਕੀ ਪੁੱਜੀ। ਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਉਹ ਚੱਕ ਨਾਨਕੀ ਜੇ ਜਗ੍ਹਾ ਥੋੜ੍ਹੀ ਹੈ ਤਾਂ ਗੁਰੂ ਸਾਹਿਬ ਇੱਕ ਨਵਾਂ ਪਿੰਡ ਵਸਾ ਲੈਣ। ਰਾਣੀ ਚੰਪਾ ਨੇ ਨਵੇਂ ਨਗਰ ਵਾਸਤੇ ਜ਼ਮੀਨ ਅਰਦਾਸ ਕਰਵਾਉਣ ਦੀ ਖਾਹਿਸ਼ ਵੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਚਾਹੁਣ ਤਾਂ ਆਪਣੀ ਰਿਆਸਤ ਦੀ ਹਿਫਾਜ਼ਤ ਵਾਸਤੇ ਕਿਲ੍ਹੇ ਵੀ ਤਿਆਰ ਕਰਵਾ ਲੈਣ। ਉਸ ਵੇਲੇ ਚੱਕ ਨਾਨਕੀ ਦੀ ਹੱਦ ਚਰਨ ਗੰਗਾ ਨਦੀ ਅਤੇ ਮੌਜੂਦਾ ਕੇਸਗੜ੍ਹ ਸਾਹਿਬ ਦੇ ਹੇਠਲੇ ਚੌਂਕ ਦੇ ਵਿਚਕਾਰ ਸੀ। ਰਾਣੀ ਚੰਪਾ ਦੀ ਖਾਹਿਸ਼ ਨੂੰ ਮਨਜ਼ੂਰ ਕਰਦਿਆਂ ਗੁਰੂ ਸਾਹਿਬ ਨੇ ਨਵਾਂ ਪਿੰਡ ਬਣਨਾ ਅਤੇ ਕਿਲ੍ਹੇ ਬਣਾਉਣਾ ਮੰਨ ਲਿਆ। ਗੁਰੂ ਸਾਹਿਬ ਨੇ ਰਾਣੀ ਕੋਲੋਂ ਅਗੰਮਪੁਰਾ ਅਤੇ ਤਾਰਾਗੜ੍ਹ ਦੀ ਕੁਝ ਜ਼ਮੀਨ ਖਰੀਦ ਲਈ। ਪਹਿਲੋਂ ਤਾਂ ਰਾਣੀ ਨੇ ਆਖਿਆ ਕਿ ਉਹ ਜ਼ਮੀਨ ਅਰਦਾਸ ਕਰਵਾਉਣਾ ਚਾਹੁੰਦੀ ਹੈ ਅਤੇ ਇਸ ਦੀ ਕੀਮਤ ਨਹੀਂ ਲਵੇਗੀ, ਪਰ ਜਦੋਂ ਗੁਰੂ ਸਾਹਿਬ ਨੇ ਆਖਿਆ ਕਿ ਉਹ ਸਿੱਖ ਨਗਰ ਵਾਸਤੇ ਜ਼ਮੀਨ ਮੁਫਤ ਨਹੀਂ ਲੈਣਗੇ ਤਾਂ ਰਾਣੀ ਨੂੰ ਕਬੂਲ ਕਰਨਾ ਪਿਆ। ਅਗਲੇ ਦਿਨ 30 ਮਾਰਚ 1699 ਦੇ ਦਿਨ ਗੁਰੂ ਗੋਬਿੰਦ ਸਿੰਘ ਨੇ ਚੱਕ ਨਾਨਕੀ ਦੇ ਨੇੜੇ ਕਿਲ੍ਹਾ ਆਨੰਦਗੜ੍ਹ ਵਾਲੀ ਜਗ੍ਹਾ ਨਵੇਂ ਪਿੰਡ ਦੀ ਮੋੜੀ ਗੱਡੀ। ਭਾਈ ਚੌਪਤ ਰਾਏ ਨੇ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ ਅਰਦਾਸ ਕਰਵਾਈ। ਨਵੇਂ ਨਗਰ ਦਾ ਨਾਂ ਗੁਰੂ ਸਾਹਿਬ ਨੇ ਆਨੰਦਪੁਰ ਰੱਖਿਆ। ਅੱਜ ਕੱਲ੍ਹ ਚੱਕ ਨਾਨਕੀ ਅਤੇ ਆਨੰਦਪੁਰ ਸਾਰੇ ਨੂੰ ਆਨੰਦਪੁਰ ਸਾਹਿਬ ਆਖਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਦੂਸਰੇ ਦਿਨ ਤੋਂ ਹੀ ਗੁਰੂ ਸਾਹਿਬ ਨੇ ਕਿਲ੍ਹੇ ਬਣਵਾਉਣੇ ਸ਼ੁਰੂ ਕਰ ਦਿੱਤੇ। 31 ਮਾਰਚ 1699 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ 5 ਕਿਲ੍ਹੇ ਬਣਾਉਣੇ ਸ਼ੁਰੂ ਕੀਤੇ। ਗੁਰੂ ਸਾਹਿਬ ਨੇ ਇਹਨਾਂ ਕਿਲ੍ਹਿਆਂ ਦੇ ਨਾਂ ਆਨੰਦਗੜ੍ਹ, ਲੋਹਗੜ੍ਹ ਗੁਰਦੁਆਰਾ, ਤਾਰਾਗੜ੍ਹ, ਅਗੰਮਗੜ੍ਹ, ਮਾਤਾ ਜੀਤ ਕੌਰ ਜੀ ਦੇ ਗੁਰਦੁਆਰੇ ਦੇ ਨੇੜੇ ਇਸ ਜਗ੍ਹਾ ਅੱਜ ਕੱਲ੍ਹ ਗੁਰਦੁਆਰਾ ਹੋਲਗੜ੍ਹ ਬਣਿਆ ਹੋਇਆ ਹੈ। 29 ਮਾਰਚ 1685 ਦੇ ਦਿਨ ਅਨੰਦਪੁਰ ਸਾਹਿਬ 'ਚ ਸੰਗਤਾਂ ਦਾ ਇੱਕ ਭਾਰੀ ਇਕੱਠ ਹੋਇਆ। ਅਨੰਦਪੁਰ ਸਾਹਿਬ 'ਚ ਅਜਿਹਾ ਵੱਡਾ ਇਕੱਠ ਘੱਟ ਹੀ ਹੋਇਆ ਸੀ। ਇਸ ਇਕੱਠ ਵਿੱਚ ਗੁਰੂ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਕੋਈ ਵੀ ਸਿੱਖ ਆਪਣੇ ਕੇਸ ਨਹੀਂ ਕਟਾਏਗਾ ਅਤੇ ਮਰਨੇ 'ਤੇ ਭੱਦਣ ਨਹੀਂ ਕਰੇਗਾ। ਬੱਚੇ ਦੇ ਕੇਸ ਜਮਾਂਦਰੂ ਰੱਖੇਗਾ। ਇਸ ਤੋਂ ਬਾਅਦ ਸੱਜੇ ਹੱਥ ਵਿੱਚ 1691 ਵਿੱਚ ਬਿਲਾਸਪੁਰ ਦੀ ਮਹਾਰਾਣੀ ਚੰਪਾ ਦਾ ਚੜ੍ਹਾਈ ਕਰ ਜਾਣਾ ਅਤੇ 1 ਸਾਲ ਬਾਅਦ 1692 'ਚ ਬਿਲਾਸਪੁਰ ਦੇ ਰਾਜਾ ਭੀਮ ਚੰਦ ਦਾ ਚੜ੍ਹਾਈ ਕਰ ਜਾਣਾ ਸਿੱਖਾਂ ਲਈ ਇੱਕ ਬਹੁਤ ਹੀ ਚੁਣੌਤੀ ਭਰਾ ਸਮਾਂ ਆ ਗਿਆ, ਕਿਉਂਕਿ ਜੋ ਰਾਜਾ ਅਜਮੇਰ ਚੰਦ ਸੀ ਉਹ ਆਪਣੇ ਪਿਤਾ ਰਾਜਾ ਭੀਮ ਚੰਦ ਅਤੇ ਆਪਣੀ ਦਾਦੀ ਮਹਾਰਾਣੀ ਚੰਪਾ ਦਾ ਕੁਛ ਭੈ ਖਾਂਦਾ ਸੀ, ਜੋ ਉਹ ਹੁਣ ਪੂਰੀ ਤਰ੍ਹਾਂ ਸੁਤੰਤਰ ਹੋ ਗਿਆ ਅਤੇ ਭੰਗਾਣੀ ਦੇ ਯੁੱਧ ਵਿੱਚ ਇਹਨਾਂ ਕਹਿਲੂਰੀਆਂ ਬਿਲਾਸਪੁਰੀਆਂ ਰਾਜਿਆਂ ਦੀ ਹਾਰ
ਅਤੇ ਨਦਾਉਣ ਦੀ ਨਮੋਸ਼ੀ ਵੀ ਇਸ ਨੂੰ ਖਾ ਰਹੀ ਸੀ ਅਤੇ ਜਵਾਨੀ ਦਾ ਜੋਸ਼ ਵੀ ਸ਼ਾਇਦ ਉਕਸਾਹਟ ਪੈਦਾ ਕਰ ਰਿਹਾ ਹੋਵੇ। ਇਸ ਲਈ ਇਸ ਕਹਿਲੂਰੀਏ ਰਾਜੇ ਨੇ ਛੇੜਨ ਲਈ ਬਹਾਨੇ ਵਾਸਤੇ ਗੁਰੂ ਸਾਹਿਬ ਨੂੰ ਲਿਖਿਆ ਕਿ ਜਾਂ ਤੁਸੀਂ ਸਾਡਾ ਇਲਾਕਾ ਛੱਡ ਜਾਓ ਜਾਂ ਇਸ ਦੇ ਪੈਸੇ ਭਰਿਆ ਕਰੋ, ਨਹੀਂ ਤਾਂ ਲੜਾਈ ਲਈ ਤਿਆਰ ਹੋ ਜਾਓ। ਅਨੰਦਪੁਰ ਦੀ ਜ਼ਮੀਨ ਗੁਰੂ ਸਾਹਿਬ ਦੀ ਮਲਕੀਅਤ ਸੀ। ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਨੇ ਮੁੱਲ ਖਰੀਦੀ ਹੋਈ ਸੀ। ਇਸ ਲਈ ਇਸ ਦੇ ਪੈਸੇ ਮੰਗਣਾ ਨਿਰੀ ਧੱਕੇਸ਼ਾਹੀ ਅਤੇ ਅਯੋਗ ਮੰਗ ਸੀ, ਜਿਸ ਦੇ ਸਾਹਮਣੇ ਝੁਕਣਾ ਹੈਂਕੜ ਅਤੇ ਅਨਿਆਏ ਦੇ ਸਾਹਮਣੇ ਝੁਕਣਾ ਅਤੇ ਉਹਨਾਂ ਨੂੰ ਸ਼ਹਿ ਦੇਣਾ ਸੀ। ਇਸ ਲਈ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਰਾਜਾ ਆ ਕੇ ਮੰਗ ਕੇ ਜੋ ਚਾਹੇ ਸੋ ਲੈ ਲਵੇ, ਪਰ ਯੁੱਧ ਦੀ ਧਮਕੀ ਨਾਲ ਮੈਂ ਇੱਕ ਪੈਸਾ ਵੀ ਨਹੀਂ ਦਿਆਂਗਾ। ਤੇ ਰਾਜਾ ਆਵ ਹਜ਼ੂਰ ਤੂੰ ਜੋ ਚਾਹੋ ਸੇ ਲੈ, ਕਹਿ ਕਛ ਯੁੱਧ ਵਿਰੁੱਧ ਕਰ ਸੋ ਏਕ ਨਾ ਦੇ। ਸੋ ਇਸ ਪਰ ਅਜਮੇਰ ਚੰਦ ਨੇ ਹੋਰ ਰਾਜਿਆਂ ਨੂੰ ਨਾਲ ਰਲਾ ਕੇ ਅਨੰਦਪੁਰ 'ਤੇ ਲੜਾਈ ਦਾ ਪ੍ਰੋਗਰਾਮ ਬਣਾ ਲਿਆ। ਤੋ ਇਸ ਤੋਂ ਬਾਅਦ ਫਿਰ 1692 ਤੋਂ ਲੈ ਕੇ 1705 ਦਾ ਜੋ ਇਤਿਹਾਸ ਹੈ ਉਹ ਬਹੁਤ ਹੀ ਵੀਰਤਾ ਭਰਿਆ ਇਤਿਹਾਸ ਹੈ। ਉਸ ਨੂੰ ਆਪਾਂ ਅਗਲੇ ਭਾਗ ਵਿੱਚ ਦੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।